वेलकम माय डियर स्टूडेंट्स। शुरू करते हैं साडे उच्चारण तो। ਅੱਜ ਆਪਾਂ ਉਹ ਵਰਡਸ ਪੜਾਂਗੇ ਜਿਹੜੇ ਕਿ WR ਤੋਂ ਸਟਾਰਟ ਹੁੰਦੇ ਹਨ। ਤੁਸੀਂ ਦੇਖੋਗੇ ਬਹੁਤ ਸਾਰੇ ਸ਼ਬਦ ਜੋ WR ਤੋਂ ਸਟਾਰਟ ਹੁੰਦੇ ਹਨ ਉਹਦੇ ਵਿੱਚ ਅਸੀਂ W ਨੂੰ ਨਹੀਂ ਬੋਲਦੇ ਹਾਂ। ਜਿਵੇਂ ਕਿ ਮਿਸਾਲ ਦੇ ਤੌਰ ਤੇ ਸਟੂਡੈਂਟਸ ਕੁਝ ਵਰਡ ਸੁਣਾਉਂਦੇ ਹਨ ਲੇਕਿਨ ਮੇਰਾ ਟਾਰਗੇਟ ਅੱਗੇ ਹੈ ਜਿਵੇਂ ਕਿ ਗਲਤ ਨੂੰ ਆਪਾਂ ਕੀ ਕਹਿ ਦਿੰਦੇ ਹਾਂ wrong। ਇੱਥੇ W ਨੂੰ ਅਸੀਂ ਨਹੀਂ ਬੋਲਾਂਗੇ, ਇਹ ਹੈ wrong। लिखन दी इंग्लिश सब नूं पता है ਉਹਦੇ स्पेलिंग WRITE। W ਅਸੀਂ ਨਹੀਂ ਬੋਲਾਂਗੇ, ਇਹ ਹੈ right। written, writing, wrong, wrestling ਇਹ ਸ਼ਬਦ ਤੁਹਾਨੂੰ ਆਉਂਦੇ ਹਨ। ਅੱਜ ਆਪਾਂ ਇਹਨਾਂ ਤੋਂ ਬਿਨਾ ਹੋਰ ਕਿਹੜੇ-ਕਿਹੜੇ ਸ਼ਬਦ ਹਨ ਜਿਹੜੇ ਕਿ WR ਤੋਂ ਸਟਾਰਟ ਹੁੰਦੇ ਹਨ ਪਰ ਉਹਨਾਂ ਦੇ ਵਿੱਚ ਅਸੀਂ W ਨਹੀਂ ਬੋਲਦੇ ਹਾਂ। ਅੱਜ ਆਪਾਂ ਉਹ ਪੜਾਂਗੇ ਸਟੂਡੈਂਟਸ ਤੇ ਤੁਹਾਡੀ ਨੌਲੇਜ ਕਾਫੀ ਵਧੇਗੀ। तो शुरू करते हैं। साडा पहला शब्द है स्टूडेंट्स वो है WRING। जी हां, ਇਹਦਾ जो उच्चारण है वो है रिंग। रिंग ਦਾ मतलब बैल नहीं ਜਾਂ ਘੰਟੀ ਵਜਾਉਣਾ नहीं, ਉਹਦੇ ਸਪੈਲਿੰਗ ਹੁੰਦੇ ਹਨ RING। ਇਹ ਹੈ WRING ਪਰ ਬੋਲਦੇ ਇਹਨੂੰ ਵੀ ਆਪਾਂ ਲਗਭਗ ਉਹੀ ਆ ਰਿੰਗ। ਤਾਂ ਨੋਟ ਕਰ ਲਓ ਸਟੂਡੈਂਟਸ, ਰਿੰਗ ਦਾ ਮਤਲਬ ਹੁੰਦਾ ਹੈ ਨਿਚੋੜਨਾ। ਜਿਵੇਂ ਆਪਾਂ ਕੱਪੜਿਆਂ ਨੂੰ ਨਿਚੋੜਦੇ ਹਾਂ ਤਾਂ ਉਸੇ ਤਰ੍ਹਾਂ ਅਸੀਂ ਯਾਦ ਰੱਖਣਾ ਹੈ ਨਿਚੋੜਨ ਦੀ ਇੰਗਲਿਸ਼ ਕੀ ਹੁੰਦੀ ਹੈ ਰਿੰਗ। ਪਰ ਇੱਥੇ ਇੱਕ ਚੀਜ਼ ਇੰਪੋਰਟੈਂਟ ਹੈ ਸਟੂਡੈਂਟਸ, ਜੋ ਰਿੰਗ ਦੀ ਸੈਕਿੰਡ ਤੇ ਥਰਡ ਫਾਰਮ ਹੈ ਉਹ ਜ਼ਿਆਦਾ ਇੰਪੋਰਟੈਂਟ ਹੈ। ਉਹ ਇਸ ਕਰਕੇ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਇਹਨੂੰ ਗਲਤ ਕਰ ਦਿੰਦੇ ਹਨ। ਰਿੰਗ ਦੀ ਸੈਕਿੰਡ ਫਾਰਮ ਹੈ ਰੰਗ ਤੇ ਥਰਡ ਫਾਰਮ ਵੀ ਕੀ ਹੈ ਸਟੂਡੈਂਟਸ ਰੰਗ। ਭਲੇਖਾ ਇਸ ਤੋਂ ਪੈਂਦਾ ਹੈ ਜਿਵੇਂ ਕਿ ਘੰਟੀ ਵੱਜਣ ਦੀ ਇੰਗਲਿਸ਼ RING ਹੁੰਦੀ ਹੈ ਤਾਂ ਉਹਦਾ ਜੋ ਸੈਕਿੰਡ ਫਾਰਮ ਹੁੰਦੀ ਹੈ ਉਹ ਹੈ ਰੈਂਗ ਤੇ ਥਰਡ ਹੁੰਦੀ ਹੈ ਰੰਗ। ਪਰ ਇਹਦੇ ਵਿੱਚ ਅਸੀਂ ਰੈਂਗ ਨਹੀਂ ਕਹਿੰਦੇ, ਨਿਚੋੜਨ ਦੀ ਇੰਗਲਿਸ਼ ਰਿੰਗ। ਹੁਣੇ ਆਪਾਂ ਸੈਂਟੈਂਸ ਬਣਾਵਾਂਗੇ ਤੁਹਾਨੂੰ ਅੱਛੀ ਤਰ੍ਹਾਂ ਸਮਝ ਆਏਗਾ। ਬੋਲ ਕੇ ਦਿਖਾਓ ਪਹਿਲਾਂ ਰਿੰਗ ਰੰਗ ਰੰਗ। ਮੰਨ ਲਓ ਆਪਾਂ ਕਹਿਣਾ ਹੋਵੇ ਮੈਂ ਤੌਲੀਆ ਨਿਚੋੜਿਆ ਅਤੇ ਰੱਸੀ ਤੇ ਟੰਗ ਦਿੱਤਾ ਜਾਂ ਤਣੀ ਤੇ ਟੰਗ ਦਿੱਤਾ। ਆਓ ਬਣਾਈਏ ਦੀ ਇੰਗਲਿਸ਼। ਮੈਂ ਤੌਲੀਆ ਨਿਚੋੜਿਆ ਪਾਸਟ I, ਸੈਕਿੰਡ ਫਾਰਮ I rung, ਰੈਂਗ ਨਹੀਂ ਹੁੰਦਾ I rung the towel TOWEL। ਇਹਨੂੰ ਆਪਾਂ ਨੇ ਟਾਵਲ ਨਹੀਂ ਕਹਿਣਾ, this is towel। I rung the towel, ਮੈਂ ਤੌਲੀਆ ਨਿਚੋੜਿਆ ਅਤੇ ਰੱਸੀ ਤੇ ਟੰਗ ਦਿੱਤਾ। ਐਂਡ ਟੰਗਨ ਦੀ ਇੰਗਲਿਸ਼ ਹੁੰਦੀ ਹੈ ਹੈਂਗ, ਉਹਦੀ ਸੈਕਿੰਡ ਫਾਰਮ ਹੰਗ। ਐਂਡ ਹੰਗ ਇਟ ਅਤੇ ਇਹਨੂੰ ਟੰਗ ਦਿੱਤਾ ਔਨ ਦਾ ਸਟ੍ਰਿੰਗ। ਸਟ੍ਰਿੰਗ ਨੂੰ ਆਪਾਂ ਤਣੀ ਰੱਸੀ ਕਹਿ ਦਿੱਤਾ। ਚਲੋ ਇੱਥੇ ਇੱਕ ਚੀਜ਼ ਸਟੂਡੈਂਟਸ ਮੈਂ ਹੋਰ ਤੁਹਾਨੂੰ ਦੱਸ ਦੇਵਾਂ। ਇਹ ਜਿਹੜਾ ਸ਼ਬਦ ਹੈ ਨਾ ਸਾਡੇ ਕੋਲੇ ਹੈਂਗ, ਇਹ ਵੀ ਕਈ ਵਾਰੀ ਕਨਫਿਊਜ਼ਨ ਕ੍ਰੀਏਟ ਕਰ ਦਿੰਦਾ ਹੈ। ਹੈਂਗ ਦੇ ਅਸਲ ਦੇ ਵਿੱਚ ਨੋਟ ਕਰ ਲਓ ਦੋ ਮੀਨਿੰਗਸ ਹੁੰਦੇ ਨੇ ਸਟੂਡੈਂਟਸ। ਇੱਕ ਤਾਂ ਇਹਦਾ ਮੀਨਿੰਗ ਹੈ ਫਾਂਸੀ ਦੇਣਾ, ਇੱਕ ਇਹਦਾ ਮੀਨਿੰਗ ਹੁੰਦਾ ਹੈ ਲਟਕਾਉਣਾ। ਕਿਸੇ ਵੀ ਚੀਜ਼ ਨੂੰ ਟੰਗਣਾ ਕਹਿ ਲਓ, ਲਟਕਾਉਣਾ ਕਹਿ ਲਓ। ਜਿਵੇਂ ਆਪਾਂ ਬੈਗ ਟੰਗਦੇ ਨੇ ਆਪਾਂ, ਜਦੋਂ ਇਹਦਾ ਮਤਲਬ ਹੁੰਦਾ ਫਾਂਸੀ ਦੇਣਾ ਉਦੋਂ ਦੀਆਂ ਫਾਰਮਸ ਹੁੰਦੀਆਂ ਨੇ ਹੈਂਗਡ ਤੇ ਹੈਂਗਡ। ਪਰ ਜਦੋਂ ਇਹਦਾ ਮਤਲਬ ਵੈਸੇ ਟੰਗਣਾ ਹੁੰਦਾ ਹੈ, ਫਾਂਸੀ ਦੇਣਾ ਨਹੀਂ, ਵੈਸੇ ਜਿਵੇਂ ਬੈਗ ਨੂੰ ਟੰਗ ਦਿੱਤਾ, ਉਸ ਵਕਤ ਇਹਦੀਆਂ ਫਾਰਮਸ ਹੁੰਦੀਆਂ ਨੇ ਹੈਂਗ ਤੋਂ ਬਾਅਦ ਹੰਗ ਹੰਗ। ਤਾਂ ਆਲਵੇਜ਼ ਕੀਪ ਇਨ ਮਾਈਂਡ ਸਟੂਡੈਂਟਸ, ਫਾਂਸੀ ਦੇਣ ਦੇ ਲਈ ਹੈਂਗਡ ਹੈਂਗਡ ਅਤੇ ਟੰਗਣ ਦੇ ਲਈ ਹੰਗ ਹੰਗ। ਤਾਂ ਅੱਛਾ ਇੱਕ ਚੀਜ਼ ਇੱਥੇ ਹੋਰ ਕਲੀਅਰ ਕਰਦਾ, ਤੁਸੀਂ ਅਕਸਰ ਦੇਖੋਗੇ ਜਦੋਂ ਆਪਾਂ ਕਿਸੇ ਚੀਜ਼ ਨੂੰ ਨਿਚੋੜਦੇ ਹਾਂ ਨਾ ਸਟੂਡੈਂਟਸ ਤਾਂ ਰਿੰਗ ਤਾਂ ਹੈ ਵਰਡ, ਤੁਸੀਂ ਇਹਦੇ ਨਾਲ ਆਊਟ ਸ਼ਬਦ ਵੀ ਲਿਖ ਸਕਦੇ ਹੋ I wrung out the towel। ਇਹਨੂੰ ਮੈਂ ਬ੍ਰੈਕਟ ਚ ਪਾਤਾ। ਅਕਸਰ ਰਿੰਗ ਦੇ ਨਾਲ ਜਦੋਂ ਆਪਾਂ ਕੱਪੜੇ ਨੂੰ ਨਿਚੋੜ ਕੇ ਉਹ ਚੋਂ ਪਾਣੀ ਬਾਹਰ ਕੱਢਦੇ ਨੇ ਤਾਂ ਉਹ ਜਿਹੜੀ ਫਰੇਜ਼ ਬਣ ਜਾਂਦੀ ਹੈ ਉਹਨੂੰ ਅਸੀਂ ਰਿੰਗ ਆਊਟ ਕਹਿ ਦਿੰਦੇ ਹਾਂ। ਤੇ ਉਹਦੀ ਸੈਕਿੰਡ ਫਾਰਮ ਕੀ ਬਣ ਗਈ ਰੰਗ ਆਊਟ। ਇਟਸ ਆਪਸ਼ਨਲ, ਯੂ ਕੈਨ ਸੇ I wrung the towel ਜਾਂ ਤੁਸੀਂ ਕਹਿ ਸਕਦੇ ਹੋ I wrung out the towel and hung it on the string। ਸੋ ਯਾਦ ਰੱਖਣਾ ਸਟੂਡੈਂਟਸ, ਇਹਨੂੰ ਆਪਾਂ ਰਬ ਕਰ ਦੇਣੇ ਆ। ਰਿੰਗ ਦੀ ਸੈਕਿੰਡ ਫਾਰਮ ਕੀ ਹੈ ਮੈਨੂੰ ਬੋਲ ਕੇ ਦਿਖਾਓ ਰੰਗ ਰੰਗ। ਤੇ ਨਿਚੋੜਨ ਦੇ ਲਈ ਅਸੀਂ ਰਿੰਗ ਸ਼ਬਦ ਕਿਹਾ ਤੇ ਰਿੰਗ ਨਾਲ ਅਕਸਰ ਅਸੀਂ ਆਊਟ ਵੀ
ਕਹਿ ਦਿੰਦੇ ਹਾਂ। ਨੈਕਸਟ ਵਰਡ ਹੈ ਸਟੂਡੈਂਟਸ ਆਪਣੇ ਕੋਲ WRECK। ਇਹਦਾ ਉਚਾਰਨ ਹੈ ਰੈਕ। ਬੋਲ ਕੇ ਦਿਖਾਓ, ਇਹਦਾ ਉਚਾਰਨ ਕੀ ਹੈ? ਰੈਕ। ਰੈਕ। ਰੈਕ ਦਾ ਮਤਲਬ ਹੁੰਦਾ ਹੈ ਨਸ਼ਟ ਕਰ ਦੇਣਾ, ਤਬਾਹ ਕਰ ਦੇਣਾ, ਨਸ਼ਟ ਕਰ ਦੇਣਾ। ਪਰ ਬਿਨਾਂ ਐਗਜ਼ਾਮਪਲ ਤੋਂ ਆਪਾਂ ਨੂੰ ਸਮਝ ਨਹੀਂ ਆਏਗਾ। ਅਕਸਰ ਇਹਨੂੰ ਆਪਾਂ ਫੋਰ ਐਗਜ਼ਾਮਪਲ ਕਿਸੇ ਐਕਸੀਡੈਂਟ ਦੇ ਵਿੱਚ ਕੋਈ ਕਾਰ, ਟਰੱਕ, ਕੋਈ ਵੀ ਵਾਹਨ ਨਸ਼ਟ ਹੋ ਜਾਂਦਾ ਬੁਰੀ ਤਰ੍ਹਾਂ, ਕੋਈ ਜਹਾਜ਼ ਕ੍ਰੈਸ਼ ਹੋ ਗਿਆ ਉਦੋਂ ਨਸ਼ਟ ਹੋ ਜਾਂਦਾ ਹੈ, ਉਸ ਸਮੇਂ ਅਸੀਂ ਇਹ ਬਹੁਤ ਜ਼ਿਆਦਾ ਯੂਜ਼ ਕਰਦੇ ਹਾਂ। ਆਓ ਇੱਕ ਐਗਜ਼ਾਮਪਲ ਲਿਖੀ ਆਪਾਂ। ਮੰਨ ਲਓ ਆਪਾਂ ਕਹਿਣਾ ਹੋਵੇ ਦ ਬਲਾਸਟ। ਬਲਾਸਟ ਮੀਨਸ ਧਮਾਕਾ। ਦ ਬਲਾਸਟ। ਬਲਾਸਟ ਨੇ ਕੀ ਕਰਤਾ? ਬਲਾਸਟ ਨੇ 10 ਘਰਾਂ ਨੂੰ ਨਸ਼ਟ ਕਰ ਦਿੱਤਾ। ਦ ਬਲਾਸਟ ਰੈਕਡ 10 ਹਾਊਸਸ। ਤੁਸੀਂ ਨਾ ਇਹਦਾ ਇੱਕ ਸਿਨੋਨਿਮ ਲਿਖ ਲਓ ਸਟੂਡੈਂਟਸ। ਸਿਨੋਨਿਮ ਦਾ ਮਤਲਬ ਸਮਾਨਾਰਥੀ ਸ਼ਬਦ। ਤੁਸੀਂ ਇੱਕ ਵਰਡ ਸੁਣਿਆ ਹੋਵੇਗਾ ਰੂਇਨ। ਇਹਨੂੰ ਕਈ ਲੋਕ ਬੋਲ ਦਿੰਦੇ ਨੇ ਰਿਊਨ। ਨਾ, ਇਹ ਹੈ ਰੂਇਨ। ਰੂਇਨ ਦਾ ਮਤਲਬ ਹੁੰਦਾ ਹੈ ਤਬਾਹ ਕਰਨਾ, ਨਸ਼ਟ ਕਰਨਾ, ਬਰਬਾਦ ਕਰ ਦੇਣਾ। ਇਹ ਉਸੇ ਦਾ ਹੀ ਸਮਾਨਾਰਥੀ ਸ਼ਬਦ ਹੈ। ਸੋ ਸੈਕਿੰਡ ਫਾਰਮ ਦੇ ਵਿੱਚ ਆਪਾਂ ਨੇ ਕਹਿ ਦਿੱਤਾ ruined, the blast wrecked 10 houses। ਮੰਨ ਲਓ ਆਪਾਂ ਕਹਿਣਾ ਹੋਵੇ ਇਸ ਬੰਬ ਧਮਾਕੇ ਨੇ 5 ਕਾਰਾਂ ਨੂੰ ਨਸ਼ਟ ਕਰ ਦਿੱਤਾ, ਪੂਰੀ ਚੰਗੀ ਤਰ੍ਹਾਂ ਤਬਾਹ ਕਰ ਦਿੱਤਾ, ਤਾਂ ਆਪਾਂ ਕੀ ਕਵਾਂਗੇ? Oh, this bomb blast wrecked 5 cars। ਅੱਛਾ, ਇੱਕ ਹੋਰ ਐਗਜ਼ਾਮਪਲ ਲੈ ਲੈਣੇ ਸਟੂਡੈਂਟਸ ਆਪਾਂ। ਮੰਨ ਲਓ ਆਪਾਂ ਕਹਿਣਾ ਹੋਵੇ ਐਕਸੀਡੈਂਟ ਦੇ ਵਿੱਚ ਕਾਰ ਪੂਰੀ ਤਰ੍ਹਾਂ ਨਸ਼ਟ ਹੋ ਗਈ, ਤਾਂ ਆਪਾਂ ਕਵਾਂਗੇ the car was wrecked। ਇਹ ਉਹਦਾ ਪੈਸਿਵ ਆ ਗਿਆ। the car was wrecked in an accident। the car was wrecked in an accident। the car was wrecked in an accident। next word is WRANGLE, wrangle। ਇਹਦੇ ਵਿੱਚ ਵੀ ਸਟੂਡੈਂਟਸ ਅਸੀਂ W ਨੂੰ ਨਹੀਂ ਬੋਲਾਂਗੇ। this is wrangle। ਵੈਸੇ ਯਾਦ ਰੱਖੋ ਇੱਕ ਬ੍ਰਾਂਡ ਵੀ ਹੈ Wrangler, ਉਹ ਇਸੇ ਤੋਂ ਹੀ ਬਣਦਾ ਹੈ। wrangle ਦਾ ਮਤਲਬ ਕੀ ਹੈ? ਲਿਖ ਲਓ ਸਟੂਡੈਂਟਸ। wrangle ਦਾ ਮਤਲਬ ਇੱਕ ਤਾਂ ਹੁੰਦਾ ਹੈ ਲੜਾਈ, ਆਸਾਨ ਭਾਸ਼ਾ 'ਚ। ਇਹ ਐਜ਼ ਅ ਨਾਉਨ ਆਪਾਂ ਲਿਖ ਦਿੱਤਾ। wrangle means ਲੜਾਈ। ਮਤਲਬ ਆਮ ਤੌਰ ਤੇ ਉਹ ਲੜਾਈ ਜਿਹੜੀ ਥੋੜੀ ਕਾਫੀ ਲੰਬੇ ਸਮੇਂ ਚੱਲਦੀ ਹੈ। ਐਗਜ਼ਾਮਪਲ ਆਪਾਂ ਕਰਾਂਗੇ। ਇੱਕ wrangle ਦਾ ਮਤਲਬ ਲਿਖ ਲਓ ਐਜ਼ ਅ ਵਰਬ, ਲੜਾਈ ਕਰਨਾ। ਲੜਾਈ ਕਰਨਾ ਮੀਨਸ ਲੜਨਾ ਕਿਸੇ ਨਾਲ। ਲੜਾਈ ਕਰਨਾ, ਕਿਸੇ ਨਾਲ ਲੜਨਾ। That's called wrangle। ਆਓ ਆਪਾਂ ਦੋਨਾਂ ਦੀ ਐਗਜ਼ਾਮਪਲਸ ਲਿਖੀ ਹਨ। ਲੜਾਈ, ਮੰਨ ਲਓ ਆਪਾਂ ਕਹਿਣਾ ਹੋਵੇ I don't want to। ਇੱਕ ਸੈਂਟੈਂਸ ਲਿਖ ਲਓ I don't want to, ਮੈਂ ਨਹੀਂ ਚਾਹੁੰਦਾ। I don't want to be involved, ਮੈਂ ਇਨਵੋਲਵ ਨਹੀਂ ਹੋਣਾ ਚਾਹੁੰਦਾ। I don't want to be involved ਕਿਸ ਚੀਜ਼ ਦੇ ਵਿੱਚ? in the legal wrangle। ਲੀਗਲ wrangle ਦਾ ਮਤਲਬ ਆ ਗਿਆ ਕਾਨੂੰਨੀ ਲੜਾਈ ਵਿੱਚ। ਸੋ ਕਈ ਵਾਰ ਆਪਾਂ ਆਮ ਕਹਿ ਦਿੰਦੇ ਆ ਕਿ ਯਾਰ ਮੈਂ ਤਾਂ ਚਾਹੁੰਦਾ ਪਿਆਰ ਨਾਲ ਮਸਲਾ ਹੱਲ ਹੋ ਜੇ, ਮੈਂ ਇਸ ਲੀਗਲ wrangle ਦੇ ਵਿੱਚ ਨਹੀਂ ਪੈਣਾ ਚਾਹੁੰਦਾ। I don't want to be involved in this legal wrangle। ਆਪਾਂ ਕਹਿਣਾ ਹੋਵੇ ਕਾਫੀ ਸਮੇਂ ਤੋਂ ਉਹਨਾਂ ਦੀ ਇੱਕ ਕਾਨੂੰਨੀ ਲੜਾਈ ਚੱਲ ਰਹੀ ਹੈ, ਤਾਂ ਕਾਨੂੰਨੀ ਲੜਾਈ ਦੀ ਇੰਗਲਿਸ਼ ਤੁਸੀਂ ਯਾਦ ਰੱਖਿਓ ਸਟੂਡੈਂਟਸ, ਕਾਫੀ ਹੁੰਦੀਆਂ ਨੇ, ਬਟ ਲੀਗਲ wrangle ਕਾਫੀ ਚੱਲਦਾ ਐਕਸਪ੍ਰੈਸ਼ਨ। ਅੱਛਾ, wrangle means ਲੜਾਈ ਕਰਨਾ ਵੀ ਹੁੰਦਾ ਹੈ। wrangle means ਕੀ ਹੁੰਦਾ ਹੈ? ਲੜਾਈ ਕਰਨਾ। ਜਿਵੇਂ ਕਿ ਆਪਾਂ ਇੱਕ ਸੈਂਟੈਂਸ ਲਿਖ ਲੈਣੇ ਇੱਥੇ। ਮੰਨ ਲਓ ਆਪਾਂ ਕਹਿਣਾ ਹੋਵੇ they are wrangling। it means ਉਹ ਲੜ ਰਹੇ ਨੇ। they are wrangling with each other। each other ਦਾ ਮਤਲਬ ਹੈ ਸਟੂਡੈਂਟਸ ਦੋ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ। ਇੱਥੇ ਇੱਕ ਚੀਜ਼ ਯਾਦ ਰੱਖੋ, ਜੇ ਦੋ ਤੋਂ ਵੱਧ ਹੋਣ ਤਾਂ each other ਦੀ ਬਜਾਏ ਅਸੀਂ one another ਦਾ ਇਸਤੇਮਾਲ ਕਰਦੇ ਹਾਂ ਸਟੂਡੈਂਟਸ। we use one another। ਜੇ ਦੋ ਦੇ ਵਿਚਕਾਰ ਹੈ ਤਾਂ ਅਸੀਂ ਕਵਾਂਗੇ each other। ਹਲੇ ਸੈਂਟੈਂਸ ਪੂਰਾ ਨਹੀਂ ਹੋਇਆ। ਜੇ ਦੋ ਤੋਂ ਵੱਧ ਹੈ ਤਾਂ ਆਪਾਂ ਕੀ ਕਵਾਂਗੇ ਸਟੂਡੈਂਟਸ? one another। ਇਹਨੂੰ ਆਪਾਂ ਰਬ ਕਰ ਦੇਣੇ ਆ। they are wrangling with each other ਜਾਂ one another। ਕਿਸ ਚੀਜ਼ ਨੂੰ ਲੈ ਕੇ ਅੱਗੇ ਕੁਝ ਵੀ ਲਿਖ ਦੋ। over the bills। ਕੋਈ ਬਿੱਲ ਆਏ ਹੋਣਗੇ ਉਹਨੂੰ ਲੈ ਕੇ ਉਹ
ਲੜ ਰਹੇ ਨੇ। ਸੋ ਰੈਂਗਲ ਅੱਜ ਆਪਾਂ ਕਰ ਰਹੇ ਹਾਂ WR ਵਾਲੇ ਸ਼ਬਦ ਜਿਹਦੇ ਵਿੱਚ W ਨੂੰ ਅਸੀਂ ਨਹੀਂ ਬੋਲਣਾ। ਰੈਂਗਲ ਮੀਨਸ ਲੜਾਈ ਵੀ ਹੁੰਦਾ ਹੈ ਤੇ ਰੈਂਗਲ ਮੀਨਸ ਲੜਨਾ ਵੀ ਆ ਗਿਆ ਤੇ ਰੈਂਗਲਰ ਮੀਨਸ ਲੜਾਈ ਕਰਨ ਵਾਲੇ, ਉਹਨਾਂ ਨੂੰ ਆਪਾਂ ਕੀ ਕਹਿੰਦੇ ਨੇ ਸਟੂਡੈਂਟਸ? ਰੈਂਗਲਰਸ। ਨੈਕਸਟ ਇਜ਼ ਰਾਤ। ਜੀ ਹਾਂ, ਰਾਤ। WRATH ਨੂੰ ਆਪਾਂ ਕੀ ਕਵਾਂਗੇ? ਰਾਤ। ਉਹ ਰੱਥ ਨਹੀਂ ਹੈ ਇਹ, ਕੀ ਹੈ ਇਹ? ਰਾਤ। ਵੈਸੇ ਜਿਹਨੂੰ ਆਪਾਂ ਰੱਥ ਕਹਿੰਦੇ ਆ, ਜਿਵੇਂ ਕਿ ਆਪਾਂ ਮਹਾਭਾਰਤ ਰਾਮਾਇਣ ਚ ਦੇਖਦੇ ਸੀ, ਰੱਥ ਦੀ ਇੰਗਲਿਸ਼ अलग तो लिख लो चैरियट, CHARIOT। चैरियट का मतलब की होंगे स्टूडेंट्स? रथ होंगे है। नोट कर लो चैरियट, चैरियट, चैरियट। खुद भी बोलो चैरियट। आप कहना वे मैं एक पुराना रथ वेख्या उथे। Oh, I saw an old chariot there. Old chariot. Chariot means रथ। हुण इधर आ जाओ, रात। रथ नहीं, रात। ਰਾਤ ਦਾ ਮਤਲਬ ਹੁੰਦਾ ਸਟੂਡੈਂਟਸ ਬਹੁਤ ਜ਼ਿਆਦਾ ਗੁੱਸਾ। ਜਿਹੜਾ ਬਹੁਤ ਜ਼ਿਆਦਾ ਗੁੱਸਾ ਹੋਵੇ ਉਹਨੂੰ ਅਸੀਂ ਅਕਸਰ ਕਹਿੰਦੇ ਹਾਂ ਰਾਤ। ਬਹੁਤ ਜ਼ਿਆਦਾ ਗੁੱਸੇ ਨੂੰ ਆਪਾਂ ਕੀ ਕਹਿੰਦੇ ਹਾਂ? ਰਾਤ। ਹੁਣ ਇਹ ਜਿਹੜਾ ਸ਼ਬਦ ਹੈ ਸਟੂਡੈਂਟਸ, ਇਹਦੀਆਂ ਐਗਜ਼ਾਮਪਲਸ ਦੇਣ ਜਾ ਰਹੇ ਹਾਂ ਮੈਂ ਤੁਹਾਨੂੰ। ਜਿਵੇਂ ਕਿ ਇੱਕ ਸੈਂਟੈਂਸ ਲਿਖੋ ਸਾਰੇ ਸਟੂਡੈਂਟਸ। ਆਪਾਂ ਕਹਿਣਾ ਹੋਵੇ he left home। लिखो एग्जाम्पल तो इस समझाऊंगा, पहला लिख लो he left home। he left home to escape। escape means बचना। हो करो घर छड़ के चला गया। he left home to escape his father's wrath। हाँ जी, हुण आई थिंक तुहानू समझ आ गया। तुसी एंगर शब्द तो सुनिया ही है, आ भी अपनी वोकैबुलरी दे विच ऐड कर लो रात। ਰਾਤ ਮੀਨਸ ਬਹੁਤ ਜ਼ਿਆਦਾ ਗੁੱਸਾ। ਸੋ ਉਹ ਘਰ ਛੱਡ ਕੇ ਚਲਾ ਗਿਆ ਕਾਹਦੇ ਲਈ? ਆਪਣੇ ਪਿਤਾ ਜੀ ਦੇ ਗੁੱਸੇ ਤੋਂ ਬਚਣ ਦੇ ਲਈ। ਪਿਤਾ ਜੀ ਬਹੁਤ ਜ਼ਿਆਦਾ ਗੁੱਸੇ 'ਚ ਹੋਣਗੇ, ਕਿਤੇ ਗੁੱਸਾ ਨਾ ਉਹਦੇ ਉੱਪਰ ਨਿਕਲ ਜੇ, ਇਸ ਕਰਕੇ ਗੁੱਸੇ ਤੋਂ ਬਚਣ ਦੇ ਲਈ, ਪਿਤਾ ਜੀ ਦੇ ਗੁੱਸੇ ਤੋਂ ਬਚਣ ਦੇ ਲਈ, ਡੈਡ ਦੇ ਗੁੱਸੇ ਤੋਂ ਬਚਣ ਦੇ ਲਈ ਉਹ ਭੱਜ ਗਿਆ, ਘਰੋਂ ਚਲਾ ਗਿਆ। ਤੇ ਇਹ ਸੈਂਟੈਂਸ ਬੋਲ ਕੇ ਦਿਖਾਓ। he left home to escape his father's wrath। ਇੱਕ ਚੀਜ਼ ਹੋਰ ਸਟੂਡੈਂਟਸ, ਇਹ ਰਾਤ ਨਾ ਤੁਸੀਂ ਅਕਸਰ ਇੱਥੇ ਵੀ ਨੋਟ ਕਰੋਗੇ, ਕਾਫੀ ਚੱਲਦਾ ਹੈ। ਇੱਕ ਐਕਸਪ੍ਰੈਸ਼ਨ ਨੋਟ ਕਰ ਲਓ, ਰਾਥ ਆਫ ਨੇਚਰ। ਕੁਦਰਤ ਦਾ ਗੁੱਸਾ। ਆਪਾਂ ਕਹਿਣਾ ਵੇ ਜਦੋਂ ਕੁਦਰਤ ਗੁੱਸੇ ਹੁੰਦੀ ਹੈ ਨਾ, ਜਿਹੜਾ ਕੁਦਰਤ ਦਾ ਗੁੱਸਾ ਹੁੰਦਾ ਹੈ ਉਹ ਬਹੁਤ ਭੈੜਾ ਹੁੰਦਾ ਹੈ। ਫਿਰ ਆਉਂਦੀਆਂ ਨੇ ਕਰੋਨਾ ਵਾਇਰਸ ਵਰਗੀਆਂ ਚੀਜ਼ਾਂ, ਹੜ੍ਹ ਆਉਂਦੇ ਨੇ, ਸੁਨਾਮੀਆਂ ਆਉਂਦੀਆਂ ਨੇ, ਅਕਸਰ ਕਿਹਾ ਜਾਂਦਾ ਹੈ। ਤਾਂ ਰਾਥ ਆਫ ਨੇਚਰ ਮੀਨਸ ਕੁਦਰਤ ਦਾ ਗੁੱਸਾ। ਸੋ ਇੱਕ ਵਾਰੀ ਤੁਸੀਂ ਲਾਸਟ ਤੇ ਬੋਲ ਕੇ ਦਿਖਾਓ ਮੈਨੂੰ, ਕਿਹੜਾ ਵਰਡ ਹੈ ਇਹ? ਰਾਤ। ਰਾਤ means ਬਹੁਤ ਜ਼ਿਆਦਾ ਗੁੱਸਾ। Next one is WRENCH, wrench। wrench ਕੀ ਹੁੰਦਾ ਦੱਸੋ? wrench ਕੀ ਹੁੰਦਾ ਸਟੂਡੈਂਟਸ? ਆਪਾਂ ਆਮ ਯੂਜ਼ ਕਰਦੇ ਹਾਂ wrench means, ਲਿਖ ਲਓ ਆਪਣੀ ਭਾਸ਼ਾ ਦੇ ਵਿੱਚ, ਆਸਾਨ ਭਾਸ਼ਾ 'ਚ ਲਿਖ ਲਓ, ਨਟ ਬੋਲਟ ਕੱਸਣ ਵਾਲਾ ਇੱਕ ਉਪਕਰਨ ਹੁੰਦਾ ਹੈ। ਤੁਸੀਂ ਫੋਟੋ ਵੀ ਦੇਖ ਸਕਦੇ ਹੋ। wrench ਕੀ ਹੈ ਇਹ? ਬੋਲੋ wrench। Next one is WRETCHED। ਇਹ ਹੈ wretched। W ਨੂੰ ਆਪਾਂ ਨਹੀਂ ਬੋਲਣਾ ਸਟੂਡੈਂਟਸ, wretched, wretched। ਹੁਣ ਇਹਨੂੰ ਆਪਾਂ ਐਗਜ਼ਾਮਪਲਸ ਦੇ ਨਾਲ ਪੜਨ ਜਾ ਰਹੇ ਹਾਂ। wretched ਨੂੰ ਲਿਖ ਲਓ ਪਹਿਲਾਂ। ਆਸਾਨ ਭਾਸ਼ਾ 'ਚ ਇਹਨੂੰ ਆਪਾਂ ਕਹਿ ਸਕਦੇ ਹਾਂ ਦੁਖੀ ਅਤੇ ਬਦਨਸੀਬ। ਇਹ ਵੀ ਲਿਖ ਲਓ। ਜੋ ਇਨਸਾਨ ਬਦਨਸੀਬ ਹੈ, ਕਿਸਮਤ ਨੇ ਉਹਦਾ ਸਾਥ ਨਹੀਂ ਦਿੱਤਾ, ਦੁਖੀ ਆ ਉਹ ਬਹੁਤ ਜ਼ਿਆਦਾ, ਉਸ ਨੂੰ ਆਪਾਂ wretched ਕਹਿੰਦੇ ਹਾਂ। ਇੱਕ ਇਹਦਾ ਮੀਨਿੰਗ ਹੋਰ ਆ, ਬਾਅਦ 'ਚ ਦੱਸੂਗਾ ਮੈਂ। ਜਿੰਨੀ ਦੇਰ ਤੱਕ ਇਹਨੂੰ ਆਪਾਂ ਯੂਜ਼ ਨਹੀਂ ਕਰਾਂਗੇ ਸਟੂਡੈਂਟਸ, ਤੁਸੀਂ ਸਿੱਖ ਨਹੀਂ ਪਾਓਗੇ। ਇਹ ਸ਼ਬਦ ਤੁਹਾਨੂੰ ਪੂਅਰ ਪੀਪਲ ਦੇ ਨਾਲ ਅਕਸਰ ਲੱਗਿਆ ਮਿਲੂਗਾ। ਆਓ ਆਪਾਂ ਐਗਜ਼ਾਮਪਲ ਦੇ ਰਾਹੀਂ ਸਿੱਖੀਏ। ਮੰਨ ਲਓ ਆਪਾਂ ਇੱਕ ਸੈਂਟੈਂਸ ਲਿਖ ਰਹੇ ਹਾਂ, ਲਿਖੋ these poor people, ਜਿਹੜੇ ਇਹ ਗਰੀਬ ਲੋਕ ਨੇ। ਠੀਕ ਹੈ ਜੀ। these poor people are living, ਇਹ ਜਿਉ ਰਹੇ ਨੇ। ਗਰੀਬੀ ਕਿਸੇ ਕੋਲ ਨਾ ਆਵੇ,
बट आप एक सेंटेंस बना रहे हैं, these poor people are living, फिर अगे लिख लो एक एक्सप्रेशन सीख लो लाइफ दे विच, a wretched life, ਇਹਨੂੰ ਨੋਟ ਕਰ ਲਓ ਸਟੂडेंट्स, मैं ब्लू मार्कर ਨਾਲ लिखा है, काफी ज्यादा चलता एक्सप्रेशन wretched life, wretched life ਦਾ ਮਤਲਬ ਦੁਖੀ ਤੇ ਬਦਨਸੀਬ ਲਾਈਫ। ਸੋ ਜਿਹੜੀ wretched ਲਾਈਫ ਹੁੰਦੀ ਹੈ ਬਹੁਤ ਹੀ ਦੁਖੀ ਲਾਈਫ ਹੁੰਦੀ ਹੈ, ਬੜੇ ਦੁੱਖ ਹੁੰਦੇ ਨੇ ਉਹਦੇ ਵਿੱਚ, ਬੜੇ ਦੁੱਖ ਹੁੰਦੇ ਨੇ ਤੇ ਬਦਨਸੀਬੀ ਹੁੰਦੀ ਹੈ ਉਹਦੇ ਵਿੱਚ, ਉਹਨੂੰ ਆਪਾਂ ਕੀ ਕਹਿੰਦੇ ਹਾਂ, wretched ਲਾਈਫ। ਇੱਕ ਹੋਰ ਐਗਜ਼ਾਮਪਲ ਤਾਂ ਕਿ ਤੁਹਾਨੂੰ ਹੋਰ ਚੰਗੀ ਤਰ੍ਹਾਂ ਸਮਝ ਆ ਸਕੇ, मान लो आप कहना वे एनिमल्स आर, एक एनिमल से सेंटेंस ले लेने, एनिमल्स आर केप्ट इन wretched conditions। मान लो आप चिड़िया घर दी गल्लां करिए स्टूडेंट्स, आप कहना वे बहुत सारिया थावां ते जानवरां नूं ना, इहनूं भी नोट कर लो, wretched conditions दे विच रखिया जांदा है। जदों आप किसी नूं wretched conditions दे विच रखदे हां, बहुत ही बुरी हालत दे विच आपां रखदे हां। जानवरां नूं पिंजरिਆਂ 'ਚ, छोटे छोटे पिंजरिਆਂ 'ਚ ਰੱਖਿਆ ਜਾਂਦਾ ਹੈ, बड़े दुख ਹੁੰਦੇ ਨੇ ਉੱਥੇ स्टूडेंट्स। सो ਇਹ एग्जांपल्स ਨਾਲ ਕੀ ਹੈ स्टूडेंट्स, ਤੁਹਾਨੂੰ याद हो ਜਾਣਗੀਆਂ ਸਾਰੀਆਂ ਚੀਜ਼ਾਂ। एंड wretched conditions, animals are kept in wretched conditions। अच्छा स्टूडेंट्स, ਇੱਕ ਮਜ਼ੇਦਾਰ ਇਹਦਾ मीनिंग ਹੋ ਰਿਹਾ ਹੈ। ਜਦੋਂ ਆਪਾਂ ਪੰਜਾਬੀ ਦੇ ਵਿੱਚ ਇਹ ਕਹਿਣਾ ਹੋਵੇ ਕੰਬਖਤ, ਅਕਸਰ ਕਹਿੰਦੇ ਆਪਾਂ ਖਿੱਚ ਕੇ ਕਹਿ ਦਿੰਦੇ ਆਪਾਂ, ਮੰਨ ਲਓ ਆਪਾਂ ਕਹਿੰਦੇ ਵੇ ਓਫੋ ਕੰਬਖਤ ਕਾਰ ਫਿਰ ਖਰਾਬ ਹੋ ਗਈ, ਉਹ ਜਿਹੜਾ ਸ਼ਬਦ ਹੈ ਨਾ ਕੰਬਖਤ, ਤੁਸੀਂ ਉਹਦੀ ਇੰਗਲਿਸ਼ ਇਹ ਲਿਖ ਸਕਦੇ ਹੋ। ਆਪਾਂ ਕਹਿਣਾ ਵੀ ਓਹੋ ਕੰਬਖਤ ਏਸੀ ਫਿਰ ਨਹੀਂ ਚੱਲਦਾ, ਅੱਜ ਕੰਬਖਤ ਪੱਖਾ ਫਿਰ ਖਰਾਬ ਹੋ ਗਿਆ, ਤਾਂ ਉਦੋਂ ਆਪਾਂ wretched ਵਰਡ ਲਿਖਾਂਗੇ, ਬੋਲਾਂਗੇ। ਆਪਾਂ ਐਗਜ਼ਾਮਪਲ ਲੈਣੇ ਆ, ਮੰਨ ਲਓ ਆਪਾਂ ਕਹਿਣਾ ਹੋਵੇ ਕਿਸੇ ਵੀ ਸ਼ਬਦ ਦੇ ਅੱਗੇ ਆਮ ਤੌਰ ਤੇ ਉਹਨੂੰ ਆਪਾਂ ਕੰਬਖਤ ਕਹਿਣਾ ਹੋਵੇ ਤਾਂ wretched ਵਰਡ ਤੁਸੀਂ ਇਸਤੇਮਾਲ ਕਰ ਸਕਦੇ ਹੋ ਸਟੂਡੈਂਟਸ। ਮੰਨ ਲਓ ਆਪਾਂ ਕਹਿਣਾ ਹੋਵੇ the wretched car, ਕੰਬਖਤ ਕਾਰ ਫਿਰ ਖਰਾਬ ਹੋ ਗਈ ਹੈ, has again। अच्छा खराब होने की इंग्लिश ब्रेक डाउन भी होती है स्टूडेंट्स, ब्रेक डाउन, ब्रेक डाउन का मतलब होता है खराब होना, वैसे ब्रेक मैंने तोड़ना होता है, डाउन लग जाए मतलब खराब होना, तो थर्ड फॉर्म की आ गई ब्रोकन डाउन। द wretched car has again broken down, कंबख्त एसी फिर खराब हो गया। The wretched AC has again gone out of order, go out of order means भी खराब हो जाना। ये सेंटेंस बोल के दिखाओ, the wretched car has again broken down। Next is WRINKLE, wrinkle। wrinkle ਦਾ ਮਤਲਬ ਝੂੜੀ ਕਹਿ ਦਿੰਦੇ ਆ ਸਟੂਡੈਂਟਸ, ਤੇ ਇਹਦਾ ਪਲੂਰਲ ਹੈ wrinkles। wrinkles ਦਾ ਮਤਲਬ ਝੂੜੀਆਂ। ਆਪਾਂ ਕਹਿਣਾ ਹੋਵੇ ਉਹਦੇ ਫੇਸ ਤੇ ਨਾ ਬਹੁਤ ਝੂੜੀਆਂ ਨੇ, ਤਾਂ ਆਪਾਂ ਕਵਾਂਗੇ ਸਟੂਡੈਂਟਸ, ਇੱਕ ਲਿਖ ਲਓ ਸੈਂਟੈਂਸ, there are many wrinkles on his face, there are many wrinkles on his face, there are many wrinkles on his face। wrinkles means ਝੂੜੀਆਂ। ਇੱਥੇ ਇੱਕ ਸ਼ਬਦ ਹੋਰ ਸਿੱਖ ਲਓ ਸਟੂਡੈਂਟਸ, wrinkle ਤੋਂ ਐਕਸਪ੍ਰੈਸ਼ਨ ਬਣਦਾ ਹੈ wrinkly। ਜੀ ਹਾਂ, ਜਿਸ ਇਨਸਾਨ ਦੇ ਝੂੜੀਆਂ ਬਹੁਤ ਹੋਣ, ਉਸ ਇਨਸਾਨ ਨੂੰ ਜਾਂ ਉਸ ਚੀਜ਼ ਨੂੰ ਆਪਾਂ ਕੀ ਕਹਿ ਦਿੰਦੇ ਹਾਂ, wrinkly। ਮੰਨ ਲਓ ਆਪਾਂ ਕਹਿਣਾ ਹੋਵੇ ਉਸਦੇ ਫੇਸ ਤੇ ਬਹੁਤ ਝੂੜੀਆਂ ਹਨ, ਤਾਂ ਆਪਾਂ ਕਹਾਂਗੇ his face is wrinkly, ਜਾਂ he has a wrinkly face, his face is wrinkly। important wrinkly word spoken English ਦੇ ਵਿੱਚ ਅਕਸਰ ਅਸੀਂ ਯੂਜ਼ ਕਰਦੇ ਹਾਂ ਸਟੂਡੈਂਟਸ। ਅੱਛਾ ਇਹਦੇ ਨਾਲ ਇੱਕ ਚੀਜ਼ ਹੋਰ ਦੱਸ ਦੇਣਾ ਸਟੂਡੈਂਟਸ, ਜਿਵੇਂ wrinkly ਹੈ, ਇਸੇ ਤਰ੍ਹਾਂ ਇੱਕ ਨੋਟ ਕਰ ਲਓ pimply। ਜਿਸ ਤੇ ਪਿੰਪਲਸ ਬਹੁਤ ਹੋਣ ਉਹਨੂੰ ਆਪਾਂ ਪਿੰਪਲੀ ਕਹਿੰਦੇ ਹਾਂ, ਕਿਸੇ ਨੂੰ ਕਹਿਣਾ ਨਹੀਂ ਚੰਗਾ ਨਹੀਂ ਲੱਗਦਾ, ਆਪਾਂ ਕੀ ਕਵਾਂਗੇ, ਪਿੰਪਲੀ। ਜਸਟ ਸੈਂਟੈਂਸ ਬਣਾ ਲੈਣੇ ਆ, ਮੰਨ ਲਓ ਆਪਾਂ ਕਹਿਣਾ ਹੋਵੇ she has a pimply face, she has a pimply face means ਉਹਦੇ ਫੇਸ ਤੇ ਬਹੁਤ ਸਾਰੀਆਂ ਪਿੰਪਲਸ ਹਨ, she has a pimply face। ਆਪਾਂ ਕਹਿਣਾ ਵੇ ਉਹ ਇਹ ਕਰੀਮ ਲਗਾਉਂਦੀ ਹੈ ਕਾਹਦੇ ਲਈ, ਤਾਂ ਕਿ ਉਹਦਾ ਫੇਸ ਪਿੰਪਲੀ ਨਾ ਬਣੇ। ਸੋ wrinkles, wrinkly, ਤੇ ਅਗਲਾ ਕਿਹੜਾ ਸੀ ਵਰਡ ਸਾਡੇ ਕੋਲੇ, pimply। ਬਟ ਆਪਾਂ ਕਿਹੜੇ ਪੜ ਰਹੇ ਹਾਂ, WR ਵਾਲੇ ਐਕਸਪ੍ਰੈਸ਼ਨਸ। ਓਕੇ ਸਟੂਡੈਂਟਸ, ਨੈਕਸਟ ਆ ਜਾਓ, ਸਾਡਾ ਨੈਕਸਟ ਵਰਡ ਹੈ ਉਹ ਹੈ WRIT, writ। ਇੱਕ ਤਾਂ ਪਏ ਪੜਨਾ ਹੈ
W साइलेंट है। एक ऐसे तो एक एक्सप्रेशन बनता स्टूडेंट्स, एक ईडियम है, बड़ा कॉमन ईडियम है, वो है रिट लार्ज। ਇਹਦੇ ਉੱਪਰ ਆਪਾਂ ਫੋਕਸ ਕਰਨਾ ਹੈ। ਰਿਟ ਲਾਰਜ, ਰਿਟ ਪਹਿਲਾਂ ਨੋਟ ਕਰ ਲਓ, WRIT ਰਿਟ। ਇੱਕ ਵਾਰ ਇਹ ਲਿਖ ਲਓ, ਹਾਲਾਂਕਿ ਇਹ ਥੋੜੀ ਟੈਕਨੀਕਲ ਟਰਮ ਹੈ। ਰਿਟ ਦਾ ਮਤਲਬ ਸਮਝਣ ਦੇ ਲਈ ਲਿਖ ਲਓ ਮੁਕੱਦਮਾ। ਰਿਟ ਮੀਨਸ ਮੁਕੱਦਮਾ, ਠੀਕ ਹੈ। ਕਿਸੇ ਹੋਰ ਲੈਕਚਰ ਦੇ ਵਿੱਚ ਆਪਾਂ ਕੁਝ ਲੀਗਲ ਟਰਮਸ ਪੜਾਂਗੇ। ਆਪਾਂ ਰਿਟ ਲਾਰਜ ਇਸ ਐਕਸਪ੍ਰੈਸ਼ਨ ਤੇ ਆ ਜਾਓ, ਰਿਟ ਲਾਰਜ। ਹੁਣ ਇਹ ਕੀ ਚੀਜ਼ ਹੈ, ਇਹਦਾ ਮੁਕੱਦਮੇ ਨਾਲ ਕੋਈ ਰਿਲੇਸ਼ਨ ਨਹੀਂ। ਰਿਟ ਲਾਰਜ ਆਪਾਂ ਸੈਂਟੈਂਸ ਬਣਾਉਣੇ ਆ, ਫਿਰ ਤੁਸੀਂ ਦੱਸਿਓ ਇਹਦਾ ਮੀਨਿੰਗ ਕੀ ਹੈ। ਮੰਨ ਲਓ ਆਪਾਂ ਕਹਿਣਾ ਹੋਵੇ ਮਿਸਟਰਸਟ, MISTRUST, mistrust was writ large on his face. Mistrust was writ large on his face. ਤਾਂ ਕੀ ਹੋ ਸਕਦਾ ਹੈ, ਗੈਸ ਕਰੋ ਦਾ ਮੀਨਿੰਗ। ਮਿਸਟਰਸਟ ਮੀਨਸ ਬੇਵਿਸ਼ਵਾਸੀ, ਲਿਖ ਲਓ। ਬੇਵਿਸ਼ਵਾਸੀ ਨੂੰ ਆਪਾਂ ਕੀ ਕਹਿ ਦਿੱਤਾ ਸਟੂਡੈਂਟਸ, ਮਿਸਟਰਸਟ। ਮਿਸਟਰਸਟ ਕੀ ਸੀ, ਰਿਟ ਲਾਰਜ ਸੀ ਉਸਦੇ ਚਿਹਰੇ ਤੇ। ਹੁਣ ਨੋਟ ਕਰ ਲਓ, ਮੈਂ ਕਰਵਾ ਦੇਣਾ। ਰਿਟ ਲਾਰਜ, ਜਦੋਂ ਕੋਈ ਚੀਜ਼ ਚਿਹਰੇ ਤੇ ਰਿਟ ਲਾਰਜ ਹੋਵੇ, ਇਹਦਾ ਮਤਲਬ ਉਸ ਚੀਜ਼ ਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। ਜਦੋਂ ਕੋਈ ਫੀਲਿੰਗ ਸਾਡੇ ਚਿਹਰੇ ਤੇ ਰਿਟ ਲਾਰਜ ਹੋਵੇ, ਇਹਦਾ ਮਤਲਬ ਉਹਨੂੰ ਆਸਾਨੀ ਨਾਲ ਦੇਖਿਆ ਜਾਂ ਸਮਝਿਆ ਜਾ ਸਕਦਾ ਹੈ। ਬਹੁਤ ਇੰਪੋਰਟੈਂਟ ਹੈ। ਇਸ ਇਟ ਮੀਨਸ ਇਹ ਹੋ ਗਿਆ ਕਿ ਉਹਦੇ ਚਿਹਰੇ ਤੇ ਬੇਵਿਸ਼ਵਾਸੀ ਸਾਫ਼ ਝਲਕਦੀ ਸੀ। ਤਾਂ ਤੁਸੀਂ ਇਹਨੂੰ ਐਦਾਂ ਲਿਖ ਲਓ, ਸਾਫ਼ ਝਲਕਣਾ। ਸੋ ਜਿਹੜੀ ਚੀਜ਼ ਸਾਫ਼ ਝਲਕੇ ਚਿਹਰੇ ਤੇ, ਉਹਨੂੰ ਆਪਾਂ ਕਹਿੰਦੇ ਰਿਟ ਲਾਰਜ ਔਨ ਦਾ ਫੇਸ। ਹੋਰ ਐਗਜ਼ਾਮਪਲ ਦੱਸ ਦਿੰਦੇ। ਮੰਨ ਲਓ ਆਪਾਂ ਕਹਿਣਾ ਹੋਵੇ ਗੁੱਸਾ ਉਹਦੇ ਚਿਹਰੇ ਤੇ ਸਾਫ਼ ਝਲਕਦਾ ਸੀ, ਬਣਾਉਣ ਦੀ ਇੰਗਲਿਸ਼ ਹੋਰ ਵੀ ਨੇ, ਤਾਂ ਆਪਾਂ ਕੀ ਕਵਾਂਗੇ, ਐਂਗਰ ਵਾਜ਼ ਰਿਟ ਲਾਰਜ ਔਨ ਹਿਸ ਫੇਸ। ਐਂਗਰ ਮੀਨਸ ਗੁੱਸਾ। ਐਂਗਰ ਵਾਜ਼ ਰਿਟ ਲਾਰਜ ਔਨ ਹਿਸ ਫੇਸ। ਮਾਯੂਸੀ ਉਹਦੇ ਚਿਹਰੇ ਤੇ ਸਾਫ਼ ਝਲਕਦੀ ਸੀ ਜਾਂ ਝਲਕਦੀ ਹੈ, ਟੈਂਸ ਕੋਈ ਵੀ ਹੋ ਸਕਦਾ ਹੈ। ਸੈਡਨੈਸ, ਕੀ ਕਿਹਾ ਮੈਂ, ਸੈਡਨੈਸ was writ large on his face. ਟੈਂਸ਼ਨ ਉਹਦੇ ਚਿਹਰੇ ਤੇ ਸਾਫ਼ ਝਲਕਦੀ ਸੀ। ਟੈਂਸ਼ਨ was writ large on his face. So his face, my face, your face, ਕੁਝ ਵੀ ਹੋ ਸਕਦਾ ਹੈ। ਤਾਂ ਇਹ ਐਕਸਪ੍ਰੈਸ਼ਨ ਯਾਦ ਰੱਖਿਓ ਸਟੂਡੈਂਟਸ। ਹੁਣ ਇਹ ਸੈਂਟੈਂਸ ਤੁਸੀਂ ਖੁਦ ਬੋਲ ਕੇ ਦਿਖਾਓ, ਕੀ ਹੈ? ਮਿਸਟਰਸਟ was writ large on his face. ਕੱਲਾ ਰਿਟ ਅਸੀਂ ਮੁਕੱਦਮਾ ਕਹਿ ਦਿੰਦੇ ਹਾਂ। ਰਿਟ ਲਾਰਜ ਮੀਨਸ ਜੋ ਚੀਜ਼ ਸਾਫ਼ ਝਲਕੇ। ਨੈਕਸਟ ਇਜ਼ WREST, W ਸਾਇਲੈਂਟ। ਕੀ ਕਵਾਂਗੇ, ਰੈਸਟ। ਇਹ ਰੈਸਟ ਦਾ ਮਤਲਬ ਉਹ ਨਹੀਂ ਆਰਾਮ, ਇਹਦਾ ਮੀਨਿੰਗ ਲਿਖ ਲਓ, ਜ਼ਬਰਦਸਤੀ ਖੋਣਾ। ਜ਼ਬਰਦਸਤੀ ਕੋਈ ਚੀਜ਼ ਖੋਣੀ ਹੋਵੇ, ਉਹਨੂੰ ਆਪਾਂ ਰੈਸਟ ਕਹਿੰਦੇ ਆ ਸਟੂਡੈਂਟਸ। ਕੀ ਕਹਿੰਦੇ ਆ, ਬੋਲੋ, ਰੈਸਟ। ਮੰਨ ਲਓ ਆਪਾਂ ਕਹਿਣਾ ਹੋਵੇ, ਐਗਜ਼ਾਮਪਲ ਲਿਖ ਲਓ, he rested the knife, ਉਹਨੇ ਚਾਕੂ ਖੋਲਿਆ। he wrested the knife from my hand. ਸੋ ਚਾਕੂ ਮੇਰੇ ਹੱਥ ਵਿੱਚ ਸੀਗਾ, ਜ਼ਬਰਦਸਤੀ ਉਹਨੇ ਮੇਥੋਂ ਖੋਲਿਆ। ਠੀਕ ਹੈ, ਜ਼ਬਰਦਸਤੀ ਖੋਣ ਦੇ ਲਈ ਹੋਰ ਬਥੇਰੇ ਵਰਡਸ ਨੇ, ਜਿਵੇਂ ਸਨੈਚ ਕਹਿ ਦਿੰਦੇ ਆਪਾਂ, SNATCH। ਗ੍ਰੈਬ ਕਹਿ ਦਿੰਦੇ ਆਪਾਂ, GRAB, snatch, grab। ਆ ਵੀ ਨੋਟ ਕਰ ਲਓ, he wrested the knife from my hand। ਅੱਛਾ ਸਟੂਡੈਂਟਸ, ਰੈਸਟ ਦਾ ਪਤਾ ਲੱਗ ਗਿਆ, ਜ਼ਬਰਦਸਤੀ ਖੋਣਾ। ਇੱਕ ਐਕਸਪ੍ਰੈਸ਼ਨ ਵੀ ਹੁੰਦਾ ਹੈ, ਤੋਂ ਉਹ ਵੀ ਨੋਟ ਕਰ ਲਓ। ਉਹੀ ਚੀਜ਼ ਹੈ, ਜ਼ਬਰਦਸਤੀ ਖੋਣਾ, ਰੈਸਟ ਕੰਟਰੋਲ ਆਫ। ਇਹ ਤੁਹਾਨੂੰ ਬਹੁਤ ਜ਼ਿਆਦਾ ਕੰਮ ਆਏਗਾ ਐਕਸਪ੍ਰੈਸ਼ਨ, ਕਿਸੇ ਚੀਜ਼ ਦਾ ਕੰਟਰੋਲ ਜ਼ਬਰਦਸਤੀ ਖੋਣਾ। ਰੈਸਟ ਕੰਟਰੋਲ ਆਫ ਦਾ ਮਤਲਬ ਕੀ ਹੁੰਦਾ ਸਟੂਡੈਂਟਸ, ਜ਼ਬਰਦਸਤੀ ਕੰਟਰੋਲ ਖੋਣਾ। ਮੰਨ ਲਓ ਆਪਾਂ ਕਹਿਣਾ ਹੋਵੇ ਇੱਕ ਸੈਂਟੈਂਸ, he was trying to, ਉਹ ਕੋਸ਼ਿਸ਼ ਕਰ ਰਿਹਾ ਸੀ। ਰੈਸਟ ਕੰਟਰੋਲ ਆਫ, ਜ਼ਬਰਦਸਤੀ ਕੰਟਰੋਲ ਕਰਨਾ ਚਾਹੁੰਦਾ ਸੀ। ਕਿਸ ਚੀਜ਼ ਦਾ ਖੋਣਾ ਚਾਹੁੰਦਾ ਸੀ, ਜ਼ਬਰਦਸਤੀ ਕੰਟਰੋਲ ਆਫ ਮਾਈ ਕੰਪਨੀ, ਮੇਰੀ ਕੰਪਨੀ ਦਾ ਕੰਟਰੋਲ ਉਹ ਜ਼ਬਰਦਸਤੀ ਖੋਣ ਦੀ ਕੋਸ਼ਿਸ਼ ਕਰ ਰਿਹਾ ਸੀ।
सो इन्हें नोट कर लो, रेस्ट कंट्रोल ऑफ मीन्स जबरदस्ती कंट्रोल लेने की कोशिश करना। ही वॉज ट्राइंग टू रेस्ट कंट्रोल ऑफ माई कंपनी। चलते हैं स्टूडेंट्स प्रोनाउंसिएशन तो बाद साडी स्ट्रक्चर दे वल। हुण आपां शुरू करन जा रहे हैं जो वुड, बहुत इंपॉर्टेंट है। वुड दे स्टूडेंट्स काफी यूजेस ने, एक एक करके आपां सारे दे सारे मेन यूजेस सीखांगे। तो अज आपां वुड दा यूज केड़ा पढ़न जा रहे हैं स्टूडेंट्स। एक काम करो, एग्जाम्पल राही पढ़ांगे आपां। सारे स्टूडेंट्स एक सेंटेंस लिखो इत्थे, देखो की तुसी, एक सेंटेंस है, की तुसी मैनू पानी दा, की तुसी मैनू पानी दा एक गिलास, की तुसी मैनू पानी दा एक गिलास देवोगे। ये सेंटेंस है, पीछे साइन ऑफ इंट्रोगेशन, इंटेरोगेशन नहीं हुंदा है, इंट्रोगेशन, साइन ऑफ इंट्रोगेशन। मान लो आपां ਇਹਦੀ इंग्लिश बनानी होवे, की तुसी मैनू पानी दा गिलास देवोगे। जे तो आपां इहनूं टेंस वाइज देखिए स्टूडेंट्स, रवायती टेंसेस मुताबिक देवोगे, सानू ये सिखाया जाता है भी जदों भी पिछे आ जाए निशानी गा गेगी तो असीं उहनूं कहने हाँ ये है फ्यूचर इंडेफिनिट टेंस। फ्यूचर इंडेफिनिट, इंडेफिनेट नहीं कहना नाले कदे भी, इंडेफिनिट, फ्यूचर इंडेफिनिट टेंस है जिहदे विच असीं लिखदे हाँ स्टूडेंट्स विल शल, इहनूं शैल नहीं कहना नाले की है शल, विल शल। ठीक है, ਇਹਦੇ ਹਿਸਾਬ ਨਾਲ भी इंग्लिश बन जाएगी। ਕੀ ਤੁਸੀਂ ਮੈਨੂੰ ਪਾਣੀ ਦਾ ਗਲਾਸ ਦੇਵੋਗੇ ਤਾਂ ਆਪਾਂ ਕਵਾਂਗੇ will you give me a glass of water, will you give me a glass of water। ਕੀ ਤੁਸੀਂ ਮੈਨੂੰ ਪਾਣੀ ਦਾ ਗਲਾਸ ਦਿਓਗੇ, will you give me a glass of water। ਤੁਸੀਂ ਕਹੋਗੇ ਸਰ ਤੁਸੀਂ will ਲਿਖ ਰਹੇ ਹੋ, ਪੜ ਆਪਾਂ ਵੁੱਡ ਰਹੇ ਹਾਂ, आप पढ़ांगे वुड भी। देखो इन्हों आप रब कर दिया, आई नीड सम स्पेस, ये ठीक है, बिल्कुल ठीक है इंग्लिश। पर स्टूडेंट्स याद रखो जदों तुसी किसे तो पोलाइटनेस नाल, निमरता पूर्वक, पोलाइटली निमरता नाल कोई चीज मंगनी होवे, निमरता नाल मंगनी होवे, पोलाइटनेस नाल कोई चीज मंगनी होवे, कादे नाल, इत्थे मैं शब्द लिखदा हां पोलाइटली लिख देने, चलो पोलाइटली मंगनी होवे, निमरता नाल प्यार नाल मंगनी होवे, निमरता पूर्वक मंगनी होवे, उस वक्त असी की करना है, असी आ जो विल है एदी थां ते असी वुड दा इस्तेमाल करना स्टूडेंट्स। सो जदों कोई चीज असी पोलाइटली मंगनी है तो असी विल दी थां ते वुड दा इस्तेमाल करना है, we're going to use would। a would the students पहला यूज है। would means अपनी नोटबुक ते नोट कर लो, politely किसे तो कुछ मंगन लई, ते ओदी पंजाबी विच पिछे आ होना चाहिए भी आ कम करोगे। आप एग्जांपल्स लेने और कोई गल नहीं। सो जदों politely मंगना है तो would कह के बोलना है, जदों दूसरे दे कन्नां दे विच would जाऊगा तो वो समझ लेगा कि अच्छा तुसी politely गल कर रहे हो। जदों तुसी विल नाल बोलोगे इट मीन्स वो समझेगा कि अच्छा पोलाइटली गल नहीं कर रहा है। सो टू शो मोर पोलाइटनेस, टू शो पोलाइटनेस यूज वुड। याद रखो ਇਹ ਜਿਹੇ सेंटेंसेस ਦੇ ਵਿੱਚ। आओ ਆਪਾਂ ਹੋਰ एग्जांपल्स ਲਈਏ स्टूडेंट्स, ਹੋਰ एग्जांपल्स ਲਈਏ। ਮੰਨ ਲਓ ਆਪਾਂ ਇਹ ਕਹਿਣਾ ਹੋਵੇ ਕੀ ਤੁਸੀਂ ਮੇਰੇ ਤੇ ਇੱਕ ਅਹਿਸਾਨ ਕਰੋਗੇ, ਕੀ ਤੁਸੀਂ ਮੇਰੇ ਤੇ ਇੱਕ ਅਹਿਸਾਨ ਕਰੋਗੇ, ਕਰੋਗੇ will shall ਉਹਦੇ ਨਾਲ ਵੀ ਬਣ ਜਾਏਗਾ। ਪਰ पोलाइटनेस ਦੇ ਲਈ ਆਪਾਂ ਕੀ ਯੂਜ਼ ਕਰਨ ਜਾ ਰਹੇ ਹਾਂ स्टूडेंट्स, would। ਤਾਂ ਆਓ ਆਪਾਂ ਲਿਖੀਏ, ਤਾਂ ਆਪਾਂ ਕਹਾਂਗੇ would you do, would ਤੋਂ ਬਾਅਦ ਪਹਿਲੀ ਫਾਰਮ ਜਿਵੇਂ will ਤੋਂ ਬਾਅਦ ਹੈ, would you do me a favor। ਆਸਾਨ ਭਾਸ਼ਾ ਚ ਆਪਾਂ ਇਹ ਕਹਿ ਦਿੰਦੇ ਆ ਵੀ ਅੱਛਾ ਤੁਸੀਂ ਮੇਰੇ ਤੇ ਇੱਕ ਆਸਾਨ ਕਰੋਗੇ, ਪੁੱਛਣਾ ਹੋਵੇ would you do me a favor। अगला सेंटेंस और ले लेने, आप कहना वे कि तुसी मैनू साइड दोगे, पोलाइटली पूछना, पोलाइटली कहना है
ਤਾਂ ਆਪਾਂ ਕੀ ਕਵਾਂਗੇ ਸਟੂਡੈਂਟਸ, would you give me sight, would you give me sight। ਅੱਛਾ, ਤੁਸੀਂ ਨਾਲ ਪਲੀਜ਼ ਸ਼ਬਦ ਦਾ ਵੀ ਸਹਾਰਾ ਲੈ ਸਕਦੇ ਹੋ ਸਟੂਡੈਂਟਸ, ਪਲੀਜ਼ ਸ਼ਬਦ ਦਾ, ਪਲੀਜ਼ ਇਸ ਸਾਈਡ ਹੈ, ਪਲੀਜ਼ ਸ਼ਬਦ ਦਾ ਸਹਾਰਾ ਲੈ ਸਕਦੇ ਹੋ। ਪਲੀਜ਼ ਅਕਸਰ ਅਸੀਂ ਲਾਸਟ ਤੇ ਲਗਾਉਨੇ ਆ, ਉਹ ਇਸ ਕਰਕੇ ਲਗਾਉਨੇ ਆ ਕਿ ਜਿਹੜਾ ਸੁਣਨ ਵਾਲਾ ਹੁੰਦਾ ਹੈ, ਜੇ ਅਸੀਂ ਨੂੰ ਸਟਾਰਟਿੰਗ 'ਚ ਲਗਾ ਦਿੰਦੇ ਕਈ ਵਾਰੀ ਤਾਂ ਜਿਹੜਾ ਪਹਿਲਾ ਸ਼ਬਦ ਹੈ ਕਈ ਵਾਰੀ ਸੁਣਨ ਵਾਲੇ ਨੂੰ ਕਲੀਅਰਲੀ ਸੁਣਦਾ ਨਹੀਂ, ਅਕਸਰ ਦੇਖਿਆ ਗਿਆ ਪਹਿਲਾ ਸ਼ਬਦ ਇੱਕਦਮ ਸੁਣਦਾ ਨਹੀਂ, ਉਹਨੂੰ ਪਤਾ ਵੀ ਨਹੀਂ ਲੱਗਦਾ ਕਿ ਅੱਛਾ ਮੇਰੇ ਨਾਲ ਗੱਲ ਕਰ ਰਹੇ ਨੇ। ਤਾਂ ਪਲੀਜ਼ ਵਰਡ ਇੱਕ ਇੰਪੋਰਟੈਂਟ ਵਰਡ ਹੈ ਇੰਗਲਿਸ਼ ਦਾ, ਤਾਂ ਆਪਾਂ ਇਹਨੂੰ ਲਾਸਟ ਤੇ ਯੂਜ਼ ਕਰਦੇ ਹਾਂ। ਵੁੱਡ ਯੂ ਗਿਵ ਮੀ ਸਾਈਟ ਪਲੀਜ਼। ਮੰਨ ਲਓ ਆਪਾਂ ਖਾਣਾ ਖਾ ਰਹੇ ਹਾਂ ਸਟੂਡੈਂਟਸ, ਆਪਾਂ ਕਹਿਣਾ ਹੋਵੇ ਉਹ ਸਾਲਟ ਪਿਆ ਉਧਰ, ਨਮਕ ਦੂਰ ਪਿਆ, ਆਪਾਂ ਕਿਸੇ ਨੂੰ ਕਹਿਣਾ ਹੋਵੇ ਜਿਹੜਾ ਸਾਲਟ ਹੈ ਕੀ ਤੁਸੀਂ ਮੈਨੂੰ ਪਾਸ ਕਰੋਗੇ ਇੱਧਰ, ਕੀ ਤੁਸੀਂ ਸਾਲਟ ਪਾਸ ਕਰੋਗੇ ਇੱਧਰ, ਮੈਨੂੰ ਪਕੜਾਓਗੇ। ਤਾਂ ਆਪਾਂ ਜੇ ਪੋਲਾਈਟਲੀ ਕਹਿਣਾ ਤਾਂ ਆਪਾਂ ਵੁੱਡ ਦਾ ਇਸਤੇਮਾਲ ਕਰਨਾ, ਆਪਾਂ ਕਹਾਂਗੇ ਵੁੱਡ ਯੂ ਪਾਸ ਸਾਲਟ ਟੂ ਮੀ, ਜਾਂ ਵੁੱਡ ਯੂ ਪਾਸ ਮੀ ਸਾਲਟ, ਵੁੱਡ ਯੂ ਪਾਸ ਸਾਲਟ ਟੂ ਮੀ। So I think this is pretty much clear। ਹੁਣ ਸਟੂਡੈਂਟਸ ਪਹਿਲਾ ਯੂਜ਼ ਹੈ ਬੜਾ ਸੌਖਾ ਜਿਹਾ ਯੂਜ਼ ਹੈ, ਤਾਂ will ਦੀ ਥਾਂ ਤੇ ਅਸੀਂ ਕੀ ਯੂਜ਼ ਕੀਤਾ, ਪੋਲਾਈਟਨੈਸ ਦਿਖਾਉਣ ਦੇ ਲਈ would ਯੂਜ਼ ਕੀਤਾ। would you give me a glass of water। ਇੱਥੇ ਇੱਕ ਚੀਜ਼ ਹੋਰ ਯਾਦ ਰੱਖੋ ਸਟੂਡੈਂਟਸ, ਮੈਂ ਪਹਿਲਾਂ ਵੀ ਦੱਸਦਾ ਰਹਿਣਾ, ਆ ਜੋ give me ਹੈ ਇਹਨੂੰ ਸਪੋਕਨ ਇੰਗਲਿਸ਼ ਦੇ ਵਿੱਚ ਅਕਸਰ ਅਸੀਂ ਗਿਮੀ ਵੀ ਬੋਲਦੇ ਨੇ, ਗਿਮੀ। ਤਾਂ ਗਿਮੀ ਇੰਗਲਿਸ਼ ਦਾ ਇੱਕ ਵਰਡ ਹੈ, ਬਟ ਓਨਲੀ ਇਨ ਸਪੋਕਨ ਇੰਗਲਿਸ਼ ਆਪਾਂ ਕਹਾਂਗੇ would you give me a glass of water, would you give me a glass of milk, would you give me a spoon। ਇਹ ਹੈ ਸਾਡਾ ਯੂਜ਼, ਇਹਨੂੰ ਭੁੱਲਿਓ ਨਾ ਸਟੂਡੈਂਟਸ। ਮੈਂ ਫੇਰ ਕਹਿ ਦਿੰਦਾ ਹਾਂ, ਤੁਹਾਡੀ ਰਿਵੀਜ਼ਨ ਕਰਵਾ ਦਿੰਦਾ ਹਾਂ, ਜਦੋਂ ਆਪਾਂ ਕੁਝ ਕਿਸੇ ਤੋਂ ਮੰਗਣਾ ਹੋਵੇ, ਆਹ ਕੰਮ ਕਰੋਗੇ ਤੁਸੀਂ, ਕੀ ਤੁਸੀਂ ਆਹ ਕੰਮ ਕਰੋਗੇ, ਤਾਂ ਉੱਥੇ ਅਸੀਂ will ਦੀ ਥਾਂ ਤੇ ਕੀ ਯੂਜ਼ ਕਰ ਸਕਦੇ ਹਾਂ, would, ਜ਼ਿਆਦਾ ਨਿਮਰਤਾ ਦਿਖਾਉਣ ਦੇ ਲਈ। ਸਟੂਡੈਂਟਸ ਵਧਦੇ ਹਾਂ ਸਾਡੇ ਲਾਸਟ ਸੈਗਮੈਂਟ ਵੱਲ, ਉਹ ਹੈ ਸਪੋਕਨ ਇੰਗਲਿਸ਼ ਦੇ ਕੁਝ ਵਰਡਸ। ਅੱਜ ਆਪਾਂ ਉਹ ਸ਼ਬਦ ਪੜਾਂਗੇ ਜਿਨ੍ਹਾਂ ਦੇ ਅੱਗੇ ਆਊਟ ਲੱਗਦਾ ਹੈ, ਜੀ ਹਾਂ OUT ਆਊਟ। ਤਾਂ ਸਾਡਾ ਪਹਿਲਾ ਸ਼ਬਦ ਹੈ ਸਟੂਡੈਂਟਸ ਆਊਟ ਪਲੇ। ਤਾਂ ਆਪਾਂ ਸਮਝਦੇ ਹਾਂ ਕਿ ਆਊਟ ਪਲੇ ਦਾ ਮਤਲਬ ਕੀ ਹੋ ਗਿਆ। ਤਾਂ ਤੁਸੀਂ ਇਹ ਯਾਦ ਰੱਖੋ, ਇੱਥੇ ਆਮ ਤੌਰ ਤੇ ਕਿਸੇ ਸ਼ਬਦ ਦੇ ਅੱਗੇ ਆਊਟ ਲੱਗ ਜਾਵੇ, ਕਿਸੇ ਵਰਬ ਦੇ ਅੱਗੇ ਆਊਟ ਲੱਗ ਜਾਵੇ, ਉਹਦਾ ਮਤਲਬ ਹੁੰਦਾ ਹੈ ਦੂਸਰੇ ਨਾਲੋਂ ਵੱਧ ਕੇ। ਆਊਟ ਪਲੇ ਦਾ ਮਤਲਬ ਹੋ ਗਿਆ, ਇਹਨੂੰ ਲਿਖ ਲਓ, ਦੂਸਰੇ ਨਾਲੋਂ ਜ਼ਿਆਦਾ ਵੱਧ ਕੇ ਖੇਡਣਾ, ਮਤਲਬ ਜ਼ਿਆਦਾ ਵਧੀਆ ਖੇਡਣਾ, ਕਿਸੇ ਦੂਸਰੇ ਨਾਲੋਂ ਵਧੀਆ ਖੇਡਣਾ। ਆਪਾਂ ਐਗਜ਼ਾਮਪਲ ਲੈਣੇ ਆ ਇੱਕ, ਮੰਨ ਲਓ ਆਪਾਂ ਕਹਿੰਦਾ ਵੀ ਇੰਡੀਆ ਆਸਟ੍ਰੇਲੀਆ ਤੋਂ ਵਧੀਆ ਖੇਡਿਆ, ਇੱਕ ਆਪਾਂ ਕਹਾਂਗੇ ਇੰਡੀਆ ਪਲੇਡ better than Australia, India played better than Australia, India played better than Australia। ਠੀਕ ਹੈ, ਤਾਂ ਆ ਜਿਹੜਾ ਐਕਸਪ੍ਰੈਸ਼ਨ ਹੈ played better than, ਤੁਸੀਂ ਇਹ ਸਾਰੀ ਚੀਜ਼ ਦੀ ਥਾਂ ਤੇ ਆਊਟ ਪਲੇ ਯੂਜ਼ ਕਰ ਸਕਦੇ ਹੋ। ਨਾ ਤਾਂ ਪਲੇ ਕਹਿਣ ਦੀ ਲੋੜ ਹੈ, ਨਾ better, ਨਾ than, ਤਿੰਨੋਂ ਸ਼ਬਦ ਕੱਟੇ ਜਾਣਗੇ। ਤਾਂ ਆਪਾਂ ਸਟੂਡੈਂਟਸ ਇਹਨੂੰ ਡਾਇਰੈਕਟਲੀ ਕਹਿ ਦੇਵਾਂਗੇ ਇੰਡੀਆ, ਓਕੇ। ਸੈਕਿੰਡ ਫਾਰਮ ਆਊਟਪਲੇਡ, ਆਊਟਪਲੇ ਦਾ ਮਤਲਬ ਹੀ ਹੈ ਜ਼ਿਆਦਾ ਵਧੀਆ ਖੇਡਣਾ, ਇੰਡੀਆ ਆਊਟਪਲੇਡ, ਦੈਨ ਨਹੀਂ ਆਏਗਾ। ਆਊਟ ਦਾ ਮਤਲਬ ਹੀ ਹੈ ਦੂਸਰੇ ਨਾਲੋਂ ਵਧੀਆ ਖੇਡਣਾ, ਨਾਲੋਂ ਵਧੀਆ ਖੇਡਣਾ, ਦੈਨ ਕੱਟਿਆ ਗਿਆ। ਬਸ ਸਿੱਧਾ ਲਿਖ ਦਾਂਗੇ ਇੰਡੀਆ ਆਊਟਪਲੇਡ ਆਸਟ੍ਰੇਲੀਆ, ਇੰਡੀਆ ਆਊਟਪਲੇਡ ਆਸਟ੍ਰੇਲੀਆ। ਹੁਣ ਚੱਲਦੇ ਹਾਂ ਸਟੂਡੈਂਟਸ ਅਗਲੇ ਸ਼ਬਦ ਦੇ ਉੱਪਰ, ਕਾਫੀ ਇੰਪੋਰਟੈਂਟ ਨੇ ਵਰਡਸ। ਆਊਟ ਪਲੇ ਤੋਂ ਬਾਅਦ ਸਾਡਾ ਅਗਲਾ ਸ਼ਬਦ ਹੈ ਆਊਟ ਪਰਫਾਰਮ। ਆਈ ਥਿੰਕ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਆਊਟ ਪਰਫਾਰਮ ਦਾ ਮਤਲਬ ਕਿਸੇ ਦੂਸਰੇ ਨਾਲੋਂ ਜ਼ਿਆਦਾ ਵਧੀਆ ਪਰਫਾਰਮ ਕਰਨਾ, ਕਿਸੇ ਦੂਸਰੇ ਨਾਲੋਂ ਜ਼ਿਆਦਾ ਵਧੀਆ ਪਰਫਾਰਮ ਕਰਨ ਨੂੰ ਆਪਾਂ ਕੀ ਕਹਿੰਦੇ ਹਾਂ, ਆਊਟ ਪਰਫਾਰਮ। ਮੰਨ ਲਓ ਸੌਖਾ ਜਿਹਾ ਸੈਂਟੈਂਸ ਹੈ, ਆਪਾਂ ਕਹਿਣਾ ਹੋਵੇ ਉਸਨੇ ਤੇਰੇ ਨਾਲੋਂ ਜ਼ਿਆਦਾ ਵਧੀਆ ਪਰਫਾਰਮੈਂਸ ਦਿੱਤੀ, ਤਾਂ ਆਪਾਂ ਕਹਾਂਗੇ he outperformed you, directly he outperformed you। ਕਿੱਥੇ ਆਪਾਂ ਇਹ ਕਹਾਂਗੇ his performance was better than your performance, so ਉਹ ਕਹਿਣ ਦੀ ਬਜਾਏ you can simply say he outperformed you। next students outshine,
ਸ਼ਾਈਨ ਹੁੰਦਾ ਚਮਕਣਾ, ਦੂਸਰੇ ਨਾਲੋਂ ਵੱਧ ਚਮਕਣਾ। ਚਮਕਣ ਦਾ ਮਤਲਬ ਵੀ ਦੂਸਰੇ ਨਾਲੋਂ ਜ਼ਿਆਦਾ ਵਧੀਆ ਪਰਫਾਰਮੈਂਸ ਦੇਣੀ। ਜਿਵੇਂ ਆਪਾਂ ਇੱਥੇ ਕਹਿਣਾ ਹੋਵੇ ਗਰਲਸ outshone, outshine ਦੀ ਸੈਕਿੰਡ ਫਾਰਮ ਕੀ ਆ ਗਈ ਸਟੂਡੈਂਟਸ? outshone. Girls outshone boys in exams. ਪੇਪਰਾਂ ਦੇ ਵਿੱਚ ਲੜਕੀਆਂ ਲੜਕਿਆਂ ਨਾਲੋਂ ਵੱਧ ਚਮਕੀਆਂ। ਚਮਕਣ ਦਾ ਮਤਲਬ ਲੜਕੀਆਂ ਦੀ ਪਰਫਾਰਮੈਂਸ ਲੜਕਿਆਂ ਨਾਲੋਂ ਜ਼ਿਆਦਾ ਵਧੀਆ ਸੀ। outshine. ਅਗਲੇ ਸ਼ਬਦ ਤੇ ਚੱਲਦੇ ਹਾਂ ਸਟੂਡੈਂਟਸ। ਇੱਕ ਹੋਰ ਵਰਡ ਲਿਖ ਲਓ, that's outdo. oh again very important, outdo. ਦੂਸਰੇ ਨਾਲੋਂ ਵਧੀਆ ਕਰਨਾ। outdo means ਦੂਸਰੇ ਨਾਲੋਂ ਵਧੀਆ ਕਰਨਾ। ਜਿਵੇਂ ਕਿ ਆਪਾਂ ਕਹਿਣਾ ਹੋਵੇ he outdid, do the second form did, he outdid you। ਸੌਖਾ ਹੈ ਸੈਂਟੈਂਸ ਹੈ। ਉਸਨੇ ਤੇਰੇ ਨਾਲੋਂ ਵਧੀਆ ਕੰਮ ਕੀਤਾ। ਪਰਫਾਰਮੈਂਸ ਵਾਈਜ਼ ਕਹਿ ਲਓ, ਕਿਵੇਂ ਵੀ ਕਹਿ ਲਓ। he outdid you। ਨੈਕਸਟ ਆ ਜਾਓ ਸਟੂਡੈਂਟਸ। ਅਗਲਾ ਐਕਸਪ੍ਰੈਸ਼ਨ ਹੈ outmatch। ਇਹ ਵੀ ਲਗਭਗ ਉਹੀ ਚੀਜ਼ ਹੈ, ਆਊਟ ਪਰਫਾਰਮ ਕਰਨਾ, ਆਊਟ ਮੈਚ ਕਰਨਾ। ਮੰਨ ਲਓ ਆਪਾਂ ਕਹਿਣਾ ਹੋਵੇ ਇੰਡੀਆ outmatched, ਇੰਡੀਆ outmatched, ਇੰਡੀਆ outmatched England। ਪੰਜਾਬੀ ਚ ਆਪਾਂ ਕਹਿੰਦੇ ਨੇ ਇੰਗਲੈਂਡ, ਇੰਗਲਿਸ਼ ਦੇ ਵਿੱਚ ਇੰਗਲੈਂਡ in the final match। ਫਾਈਨਲ ਮੈਚ ਦੇ ਵਿੱਚ ਭਾਰਤ ਨੇ ਇੰਗਲੈਂਡ ਨੂੰ, ਭਾਰਤ ਨੇ ਇੰਗਲੈਂਡ ਨੂੰ, ਪੰਜਾਬੀ ਚ ਇੰਗਲੈਂਡ ਕਹਿੰਦੇ ਨੇ, ਆਊਟ ਮੈਚ ਕੀਤਾ। ਮੀਨਸ ਇੰਡੀਆ ਦੀ ਪਰਫਾਰਮੈਂਸ ਇੰਗਲੈਂਡ ਦੀ ਪਰਫਾਰਮੈਂਸ ਨਾਲੋਂ ਜ਼ਿਆਦਾ ਵਧੀਆ ਸੀ। ਤਾਂ ਬੋਲ ਕੇ ਦਿਖਾਓ। ਇੱਕ ਹੋਰ ਕਰਦੇ ਹਾਂ ਸਟੂਡੈਂਟਸ। ਇੰਡੀਆ outmatched England in the final match। ਨੈਕਸਟ ਹੈ ਸਾਡੇ ਕੋਲੇ ਸਟੂਡੈਂਟਸ outweigh। ਇਹਨੂੰ ਨਾ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਕਲੀਅਰ ਕਰਦਾ ਚੀਜ਼। ਕਈ ਸਟੂਡੈਂਟਸ ਇਹ ਦੋ ਸ਼ਬਦਾਂ ਨੂੰ ਕਨਫਿਊਜ਼ ਕਰ ਦਿੰਦੇ ਨੇ, ਕਨਫਿਊਜ਼ਨ ਚ ਆ ਜਾਂਦੇ ਨੇ। ਇੱਕ ਹੁੰਦਾ ਹੈ ਵੇ, ਇੱਕ ਹੁੰਦਾ ਹੈ ਵੇਟ। ਜਿਹੜਾ ਵੇਟ ਸ਼ਬਦ ਹੈ ਸਟੂਡੈਂਟਸ ਇੱਕ ਨਾਉਨ ਹੈ। ਵੇਟ ਦਾ ਮਤਲਬ ਹੈ ਵਜ਼ਨ, ਭਾਰ। ਜਿਹੜਾ ਵੇ ਸ਼ਬਦ ਹੈ ਵੇ ਇੱਕ ਵਰਬ ਹੈ ਜੋ ਕਿ ਇੱਥੇ ਬਣਿਆ ਹੈ outweigh। ਵਜ਼ਨ ਹੋਣਾ। outweigh means ਭਾਰ ਹੋਣਾ ਜਾਂ ਵਜ਼ਨ ਹੋਣਾ। ਕਿਸੇ ਚੀਜ਼ 'ਚ ਇੰਨਾ ਵਜ਼ਨ ਹੋਣਾ, ਭਾਰ ਹੋਣਾ। ਮੰਨ ਲਓ ਆਪਾਂ ਕਹਿਣਾ ਹੋਵੇ this bag, ਇਹ verb ਹੈ, this bag weighs, ਇਸ ਬੈਗ ਦਾ ਭਾਰ ਕਿੰਨਾ ਹੈ? weighs ਅੱਗੇ ਜਿੰਨਾ ਵੀ ਹੋ ਸਕਦਾ। ਲੈਟਸ ਸਪੋਜ਼ ਆਸਾਨ ਜੀ ਭਾਸ਼ਾ 'ਚ ਲਿਖਤਾ 80 kg। ਜੇ weight ਸ਼ਬਦ ਯੂਜ਼ ਕਰਨਾ ਹੈ ਤਾਂ ਆਪਾਂ ਇਦਾਂ ਯੂਜ਼ ਕਰਾਂਗੇ the weight of this bag is, the weight of this bag is 80 kg। ਹਾਲਾਂਕਿ ਫਿਜ਼ਿਕਸ ਦੇ ਵਿੱਚ weight ਨੂੰ ਅਸੀਂ ਕੁਝ ਹੋਰ ਮੰਨਦੇ ਹਾਂ, ਪਰ ਇੰਗਲਿਸ਼ ਦੇ ਵਿੱਚ weigh ਵਜ਼ਨ ਹੋਣਾ, this bag weighs 80 kg। weigh is a verb, weight is a noun। ਕਲੀਅਰ ਹੋ ਗਿਆ ਸਟੂਡੈਂਟਸ? ਤਾਂ ਉਹ ਜਿਹੜਾ ਸ਼ਬਦ outweigh ਉਹਦਾ ਮਤਲਬ ਹੈ ਦੂਸਰੇ ਨਾਲੋਂ ਜ਼ਿਆਦਾ ਵਜ਼ਨ ਹੋਣਾ। ਇਹਨੂੰ ਆਪਾਂ ਰਬ ਕਰਦੇ ਨੇ। outweigh means ਕਿਸੇ ਦੂਸਰੇ ਨਾਲੋਂ ਜ਼ਿਆਦਾ ਵਜ਼ਨ ਹੋਣਾ। ਮੰਨ ਲਓ ਆਪਾਂ ਕਹਿਣਾ ਹੋਵੇ ਕੋਈ ਵੀ ਚੀਜ਼, ਮੰਨ ਲਓ ਆਪਾਂ ਕਹਿਣਾ ਹੋਵੇ my arguments, arguments ਮਤਲਬ ਦਲੀਲਾਂ। my arguments ਜਿਹੜੀਆਂ ਮੇਰੀਆਂ ਦਲੀਲਾਂ ਨੇ। outweigh ਉਹਨਾਂ ਦਾ ਵਜ਼ਨ ਜ਼ਿਆਦਾ ਹੈ। ਇਹ ਫਸਟ ਫਾਰਮ ਲਿਖੀ ਹੈ ਸਟੂਡੈਂਟਸ, ਫਸਟ ਫਾਰਮ ਚ ਯੂਜ਼ ਕੀਤਾ ਹੈ, ਪ੍ਰੈਜ਼ੈਂਟ ਡੈਫੀਨਿਟ ਟੈਂਸ ਫਸਟ ਫਾਰਮ। outweigh ਦਾ ਮਤਲਬ ਜ਼ਿਆਦਾ ਵਜ਼ਨਦਾਰ ਹੋਣਾ। ਕਿਹਦੇ ਨਾਲੋਂ? your arguments। ਇਹਦੇ ਨਾਲੋਂ ਦੀ ਇੰਗਲਿਸ਼ ਤਾਂ ਵਿੱਚ ਹੀ ਆ ਗਈ ਬਸ ਇਹਦੇ, your arguments। my arguments outweigh your arguments। ਸੌਖਾ ਸ਼ਬਦ ਲਿਖਿਆ, my arguments outweigh your arguments। ਸੋ ਕਿਸੇ ਵੀ ਸ਼ਬਦ ਅੱਗੇ ਆਮ ਤੌਰ ਤੇ ਨਾ ਵਰਬਸ ਦੇ ਅੱਗੇ ਆਊਟ ਲੱਗ ਜਾਵੇ, ਅੱਜ ਆਪਾਂ ਪੜਿਆ ਆਊਟ ਮੀਨਸ, ਇਟ ਮੀਨਸ ਦੂਸਰੇ ਨਾਲੋਂ ਵੱਧ ਕੇ। outdo, outplay, outperform, outshine, outmatch, outweigh, all extremely important words। Thank you very much।